ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਹੈਵਨ ਹੈਲਥ ਐਂਡ ਇਮੀਗ੍ਰੇਸ਼ਨ ਤੇ। ਤਾਂ ਅੱਜ ਤੁਹਾਡੇ ਲਈ ਅਸੀਂ ਇੱਕ ਐਗਜ਼ਾਮ ਦਾ ਰਿਵਿਊ ਲੈ ਕੇ ਆਏ ਹਾਂ ਜੋ ਕਿ 17 ਜੂਨ ਵੀਰਵਾਰ ਨੂੰ ਕੰਡਕਟ ਹੋਇਆ ਸੀਗਾ। ਉਸ ਐਗਜ਼ਾਮ ਦੇ ਵਿੱਚ ਕੀ ਕੁਝ ਆਇਆ ਸੀਗਾ ਤੇ ਕਿਸ ਲੈਵਲ ਦਾ ਐਗਜ਼ਾਮ ਸੀਗਾ, ਸਾਰਾ ਕੁਝ ਤੁਹਾਨੂੰ ਦੱਸਾਂਗੇ। ਪਲੱਸ ਉਹਦੇ ਵਿੱਚ ਰਾਈਟਿੰਗ ਟਾਸਕ 2 ਹੈ ਜਿਹੜਾ, ਉਸ ਦਾ ਸੋਲੂਸ਼ਨ ਵੀ ਕੀਤਾ ਜਾਊਗਾ। ਤਾਂ ਸਭ ਤੋਂ ਪਹਿਲਾਂ ਕਿ ਵੀਡੀਓ ਦੇਖਣ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਹਾਡੀ ਸਕਰੀਨ ਦੇ ਉੱਪਰ ਸਬਸਕ੍ਰਾਈਬ ਆਇਆ ਹੋਊਗਾ, ਉਸਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਨਾਲ ਦੀ ਨਾਲ ਮਿਲ ਜਾ ਕਰ। ਹਾਂਜੀ, ਆਪਾਂ ਸਟਾਰਟ ਕਰਦੇ ਹਾਂ। ਜਿਹੜਾ ਐਗਜ਼ਾਮ ਹੈ ਆਪਣਾ, ਸਭ ਤੋਂ ਪਹਿਲਾਂ ਰੀਡਿੰਗ ਬਾਰੇ ਗੱਲ ਕਰਾਂਗੇ। ਰੀਡਿੰਗ ਤੇ ਲਿਸਨਿੰਗ ਦੇ ਬਾਰੇ ਗੱਲ ਕੀਤੀ ਜਾਊਗੀ। ਰੀਡਿੰਗ ਲਿਸਨਿੰਗ ਕਿਸ ਤਰ੍ਹਾਂ ਦੀ ਆਈ ਹੈ ਕਿ ਰੀਡਿੰਗ ਦੇ ਵਿੱਚ ਜਿਹੜਾ ਪੈਸੇਜ 1 ਸੀਗਾ, ਪੈਸੇਜ 1 ਦੇ ਵਿੱਚ ਨਾਟ ਗਿਵਨ ਟਰੂ ਫਾਲਸ ਤੇ ਬਲੈਂਕਸ ਆਈਆਂ ਸੀਗੀਆਂ, ਜੋ ਕਿ ਬਹੁਤ ਈਜ਼ੀ ਪੈਸੇਜ ਸੀਗਾ। ਨਾਟ ਗਿਵਨ ਟਰੂ ਫਾਲਸ ਵਾਲੇ ਕੁਐਸਚਨ ਆਏ ਸੀਗੇ 7 ਤੇ ਬਲੈਂਕਸ ਆਈਆਂ ਸੀ 6, ਟੋਟਲ 13 ਕੁਐਸਚਨ ਸੀਗੇ। ਪੈਸੇਜ 2 ਦੇ ਵਿੱਚ ਜਿਹੜੇ ਕੁਐਸਚਨ ਸੀਗੇ ਉਹ ਸੀਗੇ ਹੈਡਿੰਗਸ, ਬਲੈਂਕਸ ਤੇ ਐਮਸੀਕਿਊਜ਼। ਹੈਡਿੰਗਸ ਆਈਆਂ ਸੀ 6 ਤੇ ਬਲੈਂਕਸ ਆਈਆਂ ਸੀ 5 ਤੇ 2 ਆਏ ਸੀ ਐਮਸੀਕਿਊਜ਼। ਪੈਸੇਜ 3 ਦੇ ਵਿੱਚ ਬਲੈਂਕਸ ਤੇ ਐਮਸੀਕਿਊਜ਼ ਆਏ ਸੀਗੇ। ਐਮਸੀਕਿਊ ਆਏ ਸੀਗੇ ਲਗਭਗ 7 ਜਾਂ 8 ਤੇ ਬਲੈਂਕਸ ਆਈਆਂ ਸੀਗੀਆਂ, ਬਾਕੀ ਜਿਹੜੇ ਪੈਂਡਿੰਗ ਕੁਐਸਚਨ 6-7 ਬਲੈਂਕਸ ਆਈਆਂ ਸੀ। ਤਾਂ ਅੱਗੇ ਆਪਾਂ ਲਿਸਨਿੰਗ ਦੀ ਗੱਲ ਕਰਦੇ ਹਾਂ। ਜਿਹੜੀ ਲਿਸਨਿੰਗ ਹੈ ਉਹਦੇ ਵਿੱਚ ਸੈਕਸ਼ਨ 1 ਦੇ ਵਿੱਚ ਬਲੈਂਕਸ ਆਈਆਂ ਸੀ 1 ਵਰਡ ਵਾਲੀਆਂ। ਸੈਕਸ਼ਨ 2 ਦੇ ਵਿੱਚ ਮੈਪ ਪਲੱਸ ਐਮਸੀਕਿਊ ਜਾਂ ਐਮਸੀਕਿਊ ਪਲੱਸ ਮੈਪ ਆਏ ਸੀਗੇ। ਸੈਕਸ਼ਨ 3 ਦੇ ਵਿੱਚ ਐਮਸੀਕਿਊ ਪਲੱਸ ਮੈਚ ਦਾ ਇਨਫੋਰਮੇਸ਼ਨ ਵਾਲੇ ਕੁਐਸਚਨ ਆਏ ਸੀਗੇ। ਤੇ ਉਸ ਤੋਂ ਬਾਅਦ ਸੈਕਸ਼ਨ 4 ਦੇ ਵਿੱਚ ਬਲੈਂਕਸ ਆਈਆਂ ਸੀ। ਸੈਕਸ਼ਨ 4 ਵਾਲੀਆਂ ਬਲੈਂਕਸ ਵੀ 1 ਵਰਡ ਸੀਗੀਆਂ। ਤਾਂ ਓਵਰਆਲ ਲਿਸਨਿੰਗ ਦੀ ਗੱਲ ਕਰੀਏ ਤਾਂ ਲਿਸਨਿੰਗ ਸੀਗੀ ਈਜ਼ੀ, ਓਕੇ, ਸਾਰਿਆਂ ਲਈ ਈਜ਼ੀ ਸੀਗੀ, ਕੰਸੀਡਰ ਕੀਤੀ ਗਈ ਹੈ। ਬਟ ਜੇਕਰ ਆਪਾਂ ਰੀਡਿੰਗ ਦੀ ਗੱਲ ਕਰੀਏ ਤਾਂ ਰੀਡਿੰਗ ਉਹਨਾਂ ਬੱਚਿਆਂ ਲਈ ਈਜ਼ੀ ਸੀ ਜਿਨ੍ਹਾਂ ਨੂੰ ਬਲੈਂਕਸ ਵਿੱਚ ਮਾਸਟਰੀ ਹੈ। ਜਿਹੜੇ ਬਲੈਂਕਸ ਨੂੰ ਈਜ਼ੀਲੀ ਟੈਕਲ ਕਰ ਸਕਦੇ ਆ ਉਹਨਾਂ ਲਈ ਇਹ ਪੇਪਰ ਈਜ਼ੀ ਸੀਗਾ। ਜਿਨ੍ਹਾਂ ਨੂੰ ਬਲੈਂਕਸ ਵਿੱਚ ਡਿਫਿਕਲਟੀ ਕ੍ਰੀਏਟ ਹੁੰਦੀ ਹੈ ਉਹਨਾਂ ਲਈ ਐਗਜ਼ਾਮ ਸੀਗਾ ਜਿਹੜਾ ਉਹ ਟਫ ਸੀਗਾ। ਤੇ ਜੇਕਰ ਉਹ ਮੈਂ ਪੈਸੇਜ ਬਾਏ ਪੈਸੇਜ ਗੱਲ ਕਰਾਂ ਤਾਂ ਪੈਸੇਜ 1 ਬਹੁਤ ਈਜ਼ੀ ਸੀਗਾ। ਪੈਸੇਜ 2 ਤੇ 3 ਲਗਭਗ ਮਿਕਸਚਰ ਆਏ ਆ, ਵੀ ਮੋਡਰੇਟ ਪਲੱਸ ਈਜ਼ੀ ਆਏ। ਠੀਕ ਹੈ, ਸੋ ਇਹ ਸੀ ਆਪਣਾ ਰੀਡਿੰਗ ਤੇ ਲਿਸਨਿੰਗ 17 ਜੂਨ ਦੇ ਐਗਜ਼ਾਮ ਦੇ ਵਿੱਚ ਆਈ ਜਿਹੜੀ। ਹਾਂਜੀ, ਨੈਕਸਟ ਆਪਾਂ ਮੂਵ ਕਰਦੇ ਹਾਂ ਰਾਈਟਿੰਗ ਟਾਸਕ ਵੱਲ। ਜਿਹੜਾ ਰਾਈਟਿੰਗ ਟਾਸਕ ਹੈ ਉਹ ਰਾਈਟਿੰਗ ਟਾਸਕ 1 ਹੈ ਜਿਹੜਾ ਟੇਬਲ ਚਾਰਟ ਆਇਆ ਸੀਗਾ ਆਪਾਂ ਨੂੰ। ਟੇਬਲ ਚਾਰਟ ਦੇ ਵਿੱਚ ਡਾਟਾ ਪ੍ਰੈਜ਼ੈਂਟ ਕਰਨਾ ਸੀ, ਪਰਸੈਂਟੇਜ ਵਗੈਰਾ ਦਿੱਤੀ ਹੋਈ ਸੀਗੀ। ਠੀਕ ਹੈ, ਤਾਂ ਟੇਬਲ ਚਾਰਟ ਜਿਨ੍ਹਾਂ ਨੂੰ ਈਜ਼ੀ ਲੱਗਦਾ ਉਹਨਾਂ ਲਈ ਤਾਂ ਬਹੁਤ ਈਜ਼ੀ ਹੋਊਗਾ, ਤੇ ਜਿਨ੍ਹਾਂ ਨੇ ਇਹਨੂੰ ਪ੍ਰੋਪਰਲੀ ਪ੍ਰੈਕਟਿਸ ਨਹੀਂ ਕੀਤਾ ਡੈਫੀਨੇਟਲੀ ਉਹਨਾਂ ਲਈ ਐਗਜ਼ਾਮ ਡਿਫਿਕਲਟ ਰਿਹਾ ਹੋਊਗਾ, ਇਸ ਵਿੱਚ ਕੋਈ ਦੋ ਰਾਏ ਨਹੀਂ। ਤਾਂ ਹੁਣ ਜਿਹੜਾ ਕਿ ਮੇਨ ਟੌਪਿਕ ਹੈ ਜਿਹਦੇ ਹੁਣ ਸਾਰੇ ਜਾਣੇ ਜਿਹਦੇ ਲਈ ਐਗਜ਼ਾਮ ਆਪਣਾ ਵੀਡੀਓ ਦੇਖਦੇ ਆ ਰਿਵਿਊ ਵਾਲੀਆਂ, ਉਹ ਹੈਗਾ ਰਾਈਟਿੰਗ ਟਾਸਕ 2। ਰਾਈਟਿੰਗ ਟਾਸਕ 2 ਹੈ ਜਿਹੜਾ, ਇਹ ਆਇਆ ਸੀਗਾ ਆਊਟਵੇ ਵਾਲਾ। ਇਨ ਸਮ ਕੰਟਰੀਜ਼ people have to go far away from their family and friends to find the work. Do the advantages outweigh disadvantages? ਹੁਣ ਇੱਕ ਨਾ ਚੀਜ਼ ਹੈ ਕਿ ਕੁਝ ਬੱਚਿਆਂ ਨੇ ਇਹਨੂੰ ਅਟੈਂਪਟ ਕੀਤਾ ਹੋਊਗਾ ਕਿ ਫਾਰ ਅਵੇ ਦਾ ਮਤਲਬ ਉਹਨਾਂ ਨੇ ਲੈ ਲਿਆ ਹੋਣਾ ਫੋਰਨ ਕੰਟਰੀ, ਬਟ ਜ਼ਰੂਰੀ ਨਹੀਂ ਫਾਰ ਅਵੇ ਦਾ ਮਤਲਬ ਫੋਰਨ ਕੰਟਰੀ ਹੀ ਹੋਊਗਾ, ਵੀ ਅਬਰੋਡ ਜਾਂਦੇ ਆ ਕੰਮ ਕਰਨ ਦੇ ਲਈ ਜਾਂ ਕੰਮ ਲੱਭਣ ਲਈ। ਆਪਣੀ ਕੰਟਰੀ ਵਿੱਚ ਵੀ ਕਿਤੇ ਦੂਰ ਸ਼ਿਫਟ ਹੋਣਾ ਉਹਨੂੰ ਵੀ ਆਪਾਂ ਫਾਰ ਅਵੇ ਕਹਿ ਸਕਦੇ। ਸੋ ਇਹਨੂੰ ਕੰਪਲੀਟਲੀ ਕੁਐਸਚਨ ਨੂੰ ਅੰਡਰਸਟੈਂਡ ਕਰਕੇ ਜਿੰਨਾ ਬੱਚਿਆਂ ਨੇ ਅਟੈਂਪਟ ਕੀਤਾ ਹੋਊਗਾ ਡੈਫੀਨੇਟਲੀ ਉਹਨਾਂ ਦੇ ਸਕੋਰ ਨਹੀਂ ਘਟਣਗੇ, ਤੇ ਜਿਹੜੇ ਫਿਰ ਹਵਾ 'ਚ ਤੀਰ ਮਾਰ ਕੇ ਆਏ ਹੋਣੇ ਆ ਉਹਨਾਂ ਦੇ ਤਾਂ ਫਿਰ ਕੀ ਬਣਨੇ। ਠੀਕ ਹੈ, ਫਿਰ ਵੀ ਤੁਹਾਡੀ ਈਜ਼ਲੀ ਮੈਂ ਤੁਹਾਨੂੰ ਇਹ ਸਟਰਕਚਰ ਸਮਝਾਉਣ ਦੇ ਲਈ ਵੀ ਕੁਐਸਚਨ ਕਿਸ ਤਰ੍ਹਾਂ ਅਟੈਂਪਟ ਕੀਤਾ ਜਾ ਸਕਦਾ ਸੀਗਾ, ਤਾਂ ਉਹ ਕੁਐਸਚਨ ਨੂੰ ਮੈਂ ਸੋਲਵ ਕੀਤਾ ਰਾਈਟਿੰਗ ਟਾਸਕ 2 ਨੂੰ। ਤਾਂ ਤੁਸੀਂ ਸਾਰੇ ਵੀਡੀਓ ਨੂੰ ਧਿਆਨ ਨਾਲ ਦੇਖਿਓ, ਐਂਡ ਤੱਕ ਦੇਖਿਓ ਕਿਹੜੇ ਕਿਹੜੇ ਡਿਵਾਈਸਿਸ ਮੈਂ ਯੂਜ਼ ਕੀਤੇ, ਕਿਹੜਾ ਸਟਰਕਚਰ ਯੂਜ਼ ਕੀਤਾ ਤੇ ਕਿਹੜੇ ਮੈਥਡ ਯੂਜ਼ ਕੀਤੇ ਆ, ਇਹ ਪ੍ਰੋਪਰਲੀ ਲਰਨ ਕਰਿਓ। ਠੀਕ ਹੈ, ਵਿੱਚ ਵਕੈਬ ਤੁਹਾਨੂੰ ਸਿੱਖਣ ਨੂੰ ਮਿਲੇਗੀ, ਨਵੇਂ ਵਰਡਸ, ਨਵੀਆਂ ਲਾਈਨ ਸਟਰਕਚਰ ਤੁਹਾਨੂੰ ਮਿਲਣ ਨੂੰ ਦੇਖਣ ਨੂੰ ਮਿਲਣਗੇ। ਤਾਂ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਓ। ਆਪਾਂ ਰਾਈਟਿੰਗ ਟਾਸਕ 2 ਹੈ ਜਿਹੜਾ ਸਟਾਰਟ ਕਰਦੇ। ਸਭ ਤੋਂ ਪਹਿਲਾਂ ਜੀ ਆਉਂਦੀ ਹੈ ਆਪਣੀ ਟੌਪਿਕ ਆ ਗਿਆ। ਠੀਕ ਹੈ, ਟੌਪਿਕ ਦੇ ਵਿੱਚ ਆਪਣੇ ਕੋਲੇ ਕਲੀਅਰ ਹੈ ਕਿ ਉਹੀ ਸੇਮ ਟੌਪਿਕ ਜਿਹੜਾ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਆਪਾਂ ਇਹਨੂੰ ਥੋੜਾ ਜਿਹਾ ਪ੍ਰੋਪਰਲੀ ਰੀਡ ਕਰ ਲਈਏ। ਇਨ ਸਮ ਕੰਟਰੀਜ਼ people have to go far away from their family and friends
to find work। ਤਾਂ ਲੋਕਾਂ ਨੂੰ ਦੂਰ ਜਾਣਾ ਪੈਂਦਾ ਕਿਸ ਪਰਪਸ ਦੇ ਲਈ? ਜੌਬ ਪਰਪਸ ਲਈ, ਜਾਂ ਕੰਮ ਉਹਨਾਂ ਨੂੰ ਮਿਲਿਆ ਹੁੰਦਾ ਤਾਂ ਕਰਕੇ, ਜਾਂ ਕੰਮ ਨੂੰ ਲੱਭਣ ਦੇ ਲਈ, ਨਵਾਂ ਕੰਮ ਲੱਭਣ ਦੇ ਲਈ ਉਹ ਜਾਂਦੇ ਆ। ਠੀਕ ਹੈ, ਫਰੈਂਡਸ ਐਂਡ ਫੈਮਿਲੀ ਤੋਂ ਮਤਲਬ ਹੈ ਕਿ ਆਪਣੇ ਹੋਮ ਟਾਊਨ ਨੂੰ ਲੀਵ ਕਰਕੇ ਜਾਂਦੇ ਆ, ਛੱਡ ਕੇ ਜਾਂਦੇ ਆ, ਉਹਨਾਂ ਤੋਂ ਦੂਰ ਚਲੇ ਜਾਂਦੇ। ਤਾਂ ਆਪਾਂ ਵੇਖਣਾ ਵੀ ਇਹਦੇ ਫਾਇਦੇ ਜ਼ਿਆਦਾ ਹੈ ਕਿ ਨੁਕਸਾਨ ਜ਼ਿਆਦਾ ਹੈ। ਤਾਂ ਇੱਥੋਂ ਇਹ ਗੱਲ ਕਲੀਅਰ ਹੈ ਕੁਐਸਚਨ ਤੋਂ ਕਿ ਜਿਹੜੇ ਆਪਾਂ ਨੂੰ ਇੱਕ ਚੀਜ਼ ਜ਼ਿਆਦਾ ਦੱਸਣੀ ਪੈਣੀ ਹੈ, ਦੂਜੀ ਚੀਜ਼ ਘੱਟ ਦੱਸਣੀ ਪੈਣੀ ਹੈ, ਬਟ ਦੱਸਣੀਆਂ ਦੋਵੇਂ ਪੈਣੀਆਂ। ਇਹ ਨਹੀਂ ਆਪਾਂ ਇਕੱਲੇ ਐਡਵਾਂਟੇਜ ਦੱਸ ਦਾਂਗੇ ਜਾਂ ਇਕੱਲੇ ਡਿਸਐਡਵਾਂਟੇਜ ਦੱਸ ਦਾਂਗੇ। ਹਾਂ, ਇੱਕ ਚੀਜ਼ ਨੂੰ ਆਪਾਂ ਹੈਵੀਅਰ ਸ਼ੋ ਕਰਨਾ ਹੈ ਕਿ ਆਹ ਜਿਹੜਾ ਪੁਆਇੰਟ ਹੈ ਇਹ ਹੈਵੀਅਰ ਹੈ ਦੂਸਰੇ ਨਾਲੋਂ, ਤੇ ਆਪਾਂ ਨਾਲ ਨਾਲ ਲੌਜਿਕ ਵੀ ਦੇਵਾਂਗੇ, ਨਾਲ ਨਾਲ ਆਪਾਂ ਐਗਜ਼ਾਮਪਲ ਵੀ ਦਿੱਤੀਆਂ ਵਿੱਚ ਇਹਦੇ, ਤੁਸੀਂ ਪ੍ਰੋਪਰਲੀ ਵੇਖ ਲਿਓ। ਤਾਂ ਇੰਟਰੋਡਕਸ਼ਨ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਟਰਕਚਰ ਕਿਵੇਂ ਫੋਲੋ ਕੀਤਾ ਗਿਆ। ਹਾਂਜੀ, ਨੈਕਸਟ ਹੈਗਾ ਇੰਟਰੋਡਕਸ਼ਨ। ਆਪਣੀ ਇੰਟਰੋਡਕਸ਼ਨ ਹੈ, employment has been a grave concern in the big section of societies। ਠੀਕ ਹੈ, ਕਿ ਜਿਹੜੀ employment ਹੈ ਉਹ ਇੱਕ ਬਹੁਤ ਵੱਡਾ ਮੁੱਦਾ ਬਣੀ ਹੋਈ ਹੈ ਸੁਸਾਇਟੀ ਦੇ ਵੱਡੇ ਖੇਤਰਾਂ ਦੇ ਵਿੱਚ, ਬਹੁਤ ਸਾਰੀਆਂ ਸੁਸਾਇਟੀਜ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ। However, ਮੈਂ ਸੈਮੀਕੋਲਨ ਲਗਾਇਆ ਦੇਖੋ, however, is it appropriate to abandon intimate relations for the sake of job opportunities? ਪਰ ਕੀ ਇਹ ਇੱਕ ਚੰਗੀ ਗੱਲ ਹੈ ਵੀ is it appropriate, ਕਿ ਇੱਕ ਚੰਗੀ ਗੱਲ ਹੈ ਕਿ ਲੋਕ ਆਪਣਾ ਰਿਲੇਸ਼ਨ ਛੱਡ ਕੇ, ਇੰਟੀਮੇਟ ਮੀਨਸ ਕਲੋਜ਼ ਰਿਲੇਸ਼ਨ ਛੱਡ ਕੇ, ਚਾਹੇ ਉਹ ਫੈਮਿਲੀ ਹੋਵੇ ਚਾਹੇ ਉਹ ਫਰੈਂਡਸ ਹੋਣ, ਉਹਨੂੰ ਛੱਡ ਕੇ ਜੌਬ ਓਪਰਚੁਨਿਟੀਜ਼ ਲਈ ਜਾ ਰਹੇ। ਠੀਕ ਹੈ, abandon intimate relations for the sake of job opportunities। ਇੱਥੋਂ ਤੱਕ ਆਪਣੀ ਪੈਰਾਫਰੇਜ਼ਿੰਗ ਹੋ ਗਈ ਹੈ ਜੋ ਕਿ ਮੈਂ ਕੁਐਸਚਨਿੰਗ ਦੇ ਥਰੂ ਕੀਤੀ ਹੈ। ਹੁਣ ਨੈਕਸਟ ਮੈਂ ਥੀਸਿਸ ਸਟੇਟਮੈਂਟ ਆਲਦੋ ਤੋਂ ਸਟਾਰਟ ਹੁੰਦੀ ਹੈ ਮੇਰੀ। Although following this trend can have negative effects in term of relationship bonding। मतलब कि पहला रिलेशन है ਜਿਹੜਾ ਪਹਿਲਾ ਪੁਆਇੰਟ ਮੈਂ ਨੈਗੇਟਿਵ ਸ਼ੋ ਕੀਤਾ ਕਿ ਭਾਵੇਂ ਇਸ ਟ੍ਰੈਂਡ ਨੂੰ ਫੋਲੋ ਕਰਨ ਨਾਲ ਰਿਲੇਸ਼ਨਸ਼ਿਪ ਬੌਂਡਿੰਗ ਹੈ ਜਿਹੜੀ ਉਸ ਤੇ ਨੈਗੇਟਿਵ ਇਫੈਕਟ ਪੈ ਸਕਦੇ ਆ। ਮਤਲਬ ਕਿ ਮੈਂ ਡਿਸਐਡਵਾਂਟੇਜ ਦਾ ਪੁਆਇੰਟ ਰੱਖਿਆ ਇੱਥੇ। ਇਟਸ ਕੰਸਟਰਕਟਿਵ ਆਊਟਕਮਸ ਇਨਕਲੂਡਿੰਗ ਫੋਕਸਡ ਮੈਂਟੈਲਿਟੀ, ਕਿ ਇਸ ਨਾਲ ਜਿਹੜਾ ਮਾਈਂਡਸੈਟ ਫੋਕਸ ਹੋ ਜਾਂਦਾ ਜਦੋਂ ਘਰ ਦੇ ਦੀ ਇਨਵੋਲਵਮੈਂਟ ਨਹੀਂ ਹੁੰਦੀ ਵਿੱਚ, ਜਾਂ ਉਹ ਇਕੱਲੇ ਰਹਿ ਰਹੇ ਹੁੰਦੇ, ਦੂਰ ਰਹਿ ਰਹੇ ਹੁੰਦੇ ਆ। ਅਲੋਂਗ ਵਿਦ ਸੈਲਫ ਡਿਪੈਂਡੈਂਸੀ, ਤੇ ਦੂਸਰਾ ਪੁਆਇੰਟ ਹੈ ਜਿਹੜਾ ਸੈਲਫ ਡਿਪੈਂਡੈਂਸੀ ਐਡਵਾਂਟੇਜ ਦੀ ਗੱਲ ਕਰਦੇ ਆਪਾਂ। ਸੁਪਰਸੀਡ ਦਾ ਅਬਵ ਡਰਾਬੈਕ, ਜਿਹੜਾ ਉੱਪਰ ਆਪਾਂ ਡਰਾਬੈਕ ਦਿੱਤਾ, ਇੱਕ ਡਿਸਐਡਵਾਂਟੇਜ ਦਿੱਤਾ ਹੈ, ਉਸ ਤੋਂ ਇਹ ਚੀਜ਼ ਜ਼ਿਆਦਾ ਵਧੀਆ ਹੈ ਜਾਂ ਜ਼ਿਆਦਾ ਇਹਨੂੰ ਓਵਰਵੇ ਕਰ ਰਹੀ ਹੈ, ਆਊਟਵੇ ਕਰ ਰਹੀ ਹੈ, ਜਾਂ ਉਹਦੇ ਤੋਂ ਹੈਵੀਅਰ ਹੈ। ਮਤਲਬ ਕਿ ਜਿਹੜੇ ਦੋ ਐਡਵਾਂਟੇਜਸ ਹੈ ਨਾ, ਫੋਕਸਡ ਮੈਂਟੈਲਿਟੀ ਤੇ ਸੈਲਫ ਡਿਪੈਂਡੈਂਸੀ, ਇਹ ਦੋਵੇਂ ਰਿਲੇਸ਼ਨਸ਼ਿਪ ਬੌਂਡਿੰਗ ਤੋਂ ਹੈਵੀਅਰ ਪ੍ਰੂਵ ਕੀਤੇ ਜਾਂਦੇ ਆ। ਕਿਵੇਂ ਪ੍ਰੂਵ ਕੀਤੇ ਜਾਂਦੇ ਆ ਇਹ ਆਪਾਂ ਉੱਥੇ ਡਿਸਕਸ ਕਰਾਂਗੇ। ਓਕੇ, ਦੇਖੋ ਜਿਹੜੀ ਚੀਜ਼ ਵੀਕ ਹੈ ਮੈਂ ਉਹਨੂੰ ਪਹਿਲਾਂ ਪ੍ਰੈਜ਼ੈਂਟ ਕਰੂੰਗਾ, ਜਿਹੜੀ ਚੀਜ਼ ਸਟਰੋਂਗ ਹੈ ਉਹਨੂੰ ਮੈਂ ਬਾਅਦ ਚੋਂ ਪ੍ਰੈਜ਼ੈਂਟ ਕਰੂੰਗਾ, ਕਿਉਂਕਿ ਐਗਜ਼ਾਮੀਨਰ ਉੱਪਰ ਆਖਰੀ ਗੱਲ ਦਾ ਇੰਪੈਕਟ ਜ਼ਿਆਦਾ ਰਹਿੰਦਾ। ਜੇ ਤੁਸੀਂ ਪਹਿਲਾਂ ਆਪਦੀ ਹੈਵੀਅਰ ਚੀਜ਼ ਪ੍ਰੈਜ਼ੈਂਟ ਕਰ ਦੋਗੇ, ਬਾਅਦ ਚੋਂ ਉਹ ਚੀਜ਼ ਪ੍ਰੈਜ਼ੈਂਟ ਕਰ ਦੋਗੇ ਜਿਹਨੂੰ ਤੁਸੀਂ ਘੱਟ ਮੰਨਦੇ ਪਏ ਹੋ, ਤੇ ਫਿਰ ਕਨਕਲੂਜਨ ਚ ਕਹੋਗੇ ਵੀ ਆਹ ਚੀਜ਼ ਉਹਦੇ ਨਾਲੋਂ ਜ਼ਿਆਦਾ ਹੈ, ਤਾਂ ਗੁੱਡ ਇੰਪ੍ਰੈਸ਼ਨ ਨਹੀਂ ਪੈਂਦਾ। ਠੀਕ ਹੈ, ਇਹਨੂੰ ਆਪਾਂ ਸੇਲਜ਼ਮੈਨ ਟ੍ਰਿਕ ਦੇ ਥਰੂ ਸੋਲਵ ਕੀਤਾ। ਹਾਂਜੀ, ਹੁਣ ਇੰਟਰੋਡਕਸ਼ਨ ਆਪਣੀ ਹੋ ਗਈ ਹੈ ਲਗਭਗ 55 ਜਾਂ ਫਿਰ 54 ਵਰਡਸ ਦੀ ਹੈ, ਲਗਭਗ, ਮੈਂ ਕਾਊਂਟ ਨਹੀਂ ਕੀਤੇ ਵਰਡਸ। ਹਾਂਜੀ, ਤਾਂ ਆਪਣਾ ਜਿਹੜਾ ਬੋਡੀ ਪੈਰਾਗ੍ਰਾਫ ਹੈ ਉਹਦੇ ਵਿੱਚ ਮੈਂ ਪਹਿਲਾਂ ਡਿਸਐਡਵਾਂਟੇਜਸ ਦੱਸੇ ਆ। ਡਿਸਐਡਵਾਂਟੇਜ ਇੱਕ ਹੀ ਦੱਸਿਆ ਕਿਉਂਕਿ ਇੱਕ ਪੈਰਾਗ੍ਰਾਫ ਦੇ ਵਿੱਚ ਵਨ ਆਈਡੀਆ ਹੀ ਰეკਮੈਂਡ ਕੀਤਾ ਜਾਂਦਾ ਹੈ। ਸੋ ਦੇਖੋ ਜੀ, ਆ ਗਿਆ ਤੁਹਾਡਾ ਪਹਿਲਾ ਡਿਸਐਡਵਾਂਟੇਜ, ਐਡਮਿਟਡਲੀ ਕਿਉਂ ਲਿਖਿਆ ਵੀ? ਕਿਉਂਕਿ ਆਪਾਂ ਹੈਵੀਅਰ ਤਾਂ ਉਹਨੂੰ ਮੰਨਦੇ ਆ, ਪਰ ਆਪਾਂ ਇਹ ਨਾਲ ਇਹ ਵੀ ਗੱਲ ਮੰਨਣੀ ਹੈ ਨਾ ਕਿ ਇਹਦਾ ਇੱਕ ਡਿਸਐਡਵਾਂਟੇਜ ਵੀ ਹੈਗਾ। ਠੀਕ ਹੈ, ਹਾਲਾਂਕਿ ਹੋਣਗੇ ਕਾਫੀ, ਪਰ ਆਪਾਂ ਇੱਥੇ ਇੱਕ ਹੀ ਪ੍ਰੈਜ਼ੈਂਟ ਕੀਤਾ ਹੈਗਾ। ਐਡਮਿਟਡਲੀ ਲੀਵਿੰਗ ਹੋਮ ਫॉर ਸਕਰਾਉਂਜਿੰਗ ਵਰਕ ਮੇ ਵੀਕਨ ਦਾ ਕਿਨਸ਼ਿਪ ਅਮੰਗ ਫੈਮਿਲੀ ਮੈਂਬਰਸ। ਠੀਕ ਹੈ, ਕਿ ਜਦੋਂ ਆਪਾਂ ਘਰ ਛੱਡਦੇ ਆ ਕੰਮ ਲੱਭਣ ਲਈ, ਸਕਰਾਉਂਜਿੰਗ ਮੈਨੇ ਫਾਈਂਡਿੰਗ, ਸਕਰਾਉਂਜਿੰਗ ਵਰਕ ਮੇ ਵੀਕਨ ਦਾ ਕਿਨਸ਼ਿਪ ਅਮੰਗ ਫੈਮਿਲੀ ਮੈਂਬਰਸ, ਤਾਂ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਵਿਚਾਲੇ ਜਿਹੜੀ ਰਿਸ਼ਤੇਦਾਰੀ ਹੈ ਜਾਂ ਕਹਿ ਲਓ ਵੀ ਆਪਣਾ ਸੰਬੰਧ ਉਹ ਵੀਕ ਹੋ ਜਾਂਦਾ। ਸਿੰਸ, ਜਿਵੇਂ ਕਿ ਫੈਮਿਲੀਜ਼ ਡਿਮਾਂਡ ਟਾਈਮ ਐਂਡ ਇੰਟੀਮੇਸੀ, ਤਾਂ ਫੈਮਿਲੀ ਕੀ ਚੀਜ਼ ਡਿਮਾਂਡ ਕਰਦੀਆਂ? ਫੈਮਿਲੀ ਡਿਮਾਂਡ ਕਰਦੀਆਂ ਕਿ ਇੰਟੀਮੇਸੀ ਹੋਵੇ, ਉਹਨਾਂ ਦੇ ਵਿੱਚ ਕਲੋਜ਼ਨੈਸ ਹੋਵੇ। ਠੀਕ ਹੈ, ਤੇ ਡਿਮਾਂਡ ਕਰਦੀਆਂ ਟਾਈਮ, ਕਿ ਇੱਕ ਫੈਮਿਲੀ ਮੈਂਬਰ ਦੂਜੇ ਫੈਮਿਲੀ ਮੈਂਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਟਾਈਮ ਦੇਵੇ।
it becomes arduous, difficult हो जाता है, arduous meaning difficult, it becomes arduous if one is engaged in the responsibility of earning by staying away from loving ones. ठीक है, ਤਾਂ ਔਖਾ ਹੋ ਜਾਂਦਾ ਕੰਮ ਜੇਕਰ ਕੋਈ ਬੰਦਾ ਪੈਸੇ ਕਮਾਉਣ ਦੀ ਰਿਸਪੌਂਸਿਬਿਲਟੀ ਵਿੱਚ ਬਿਜ਼ੀ ਹੈ ਆਪਦੇ ਘਰਦਿਆਂ ਤੋਂ ਦੂਰ ਰਹਿ ਕੇ। ਮੈਂ ਦੁਬਾਰਾ ਐਕਸਪਲੇਨ ਕਰਦਾ ਲਾਈਨ। ਸਿੰਸ ਫੈਮਲੀਜ਼ ਡਿਮਾਂਡ ਟਾਈਮ ਐਂਡ ਇੰਟੀਮੇਸੀ, ਫੈਮਲੀਜ਼ ਹੈ ਜਿਹੜੀਆਂ ਜਿਵੇਂ ਕਿ ਡਿਮਾਂਡ ਕਰਦੀਆਂ ਟਾਈਮ ਤੇ ਇੰਟੀਮੇਸੀ, ਇਟ ਬਿਕਮਸ ਆਰਡੂਅਸ, ਤਾਂ ਉਸ ਬੰਦੇ ਲਈ ਔਖਾ ਹੋ ਜਾਂਦਾ ਹੈਗਾ ਇਫ ਵਨ ਇਜ਼ engaged in the responsibility of earning by staying away from loving ones, ਤਾਂ ਉਸ ਬੰਦੇ ਲਈ ਔਖਾ ਹੋ ਜਾਂਦਾ ਹੈਗਾ ਜੋ ਕਿ ਆਪਣੀ ਫੈਮਲੀ ਤੋਂ ਦੂਰ ਰਹਿ ਰਿਹਾ ਹੈਗਾ ਸਪੈਸ਼ਲੀ ਉਸ ਪਰਪਸ ਲਈ ਪੈਸੇ ਕਮਾਉਣ ਦੇ ਲਈ। ਓਕੇ, ਇੱਥੋਂ ਤੱਕ ਆਈ ਹੋਪ ਕਿ ਕਲੀਅਰ ਹੋ ਗਿਆ ਹੋਊਗਾ। ਦੇਅਰ ਬਾਏ ਹੁਣ ਆਪਾਂ ਮੇਨ ਆਈਡੀਆ ਦਾ ਰਿਜ਼ਲਟ ਦਿੱਤਾ ਵੀ ਇਹਦੇ ਦਾ ਡਿਸਐਡਵਾਂਟੇਜ ਦਾ ਇਫੈਕਟ ਕੀ ਪੈਂਦਾ ਇਸ ਡਿਸਐਡਵਾਂਟੇਜ ਦਾ। ਦੇਅਰ ਬਾਏ ਵਰਜ਼ਨਡ ਬੌਂਡਿੰਗ, ਮਤਲਬ ਕਿ ਜਿਹੜੀ ਬੌਂਡਿੰਗ ਵੀਕ ਹੋ ਚੁੱਕੀ ਹੈ, may lead to isolation in the upcoming life, ਤਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬੰਦਾ ਇਕੱਲਾ ਰਹਿ ਸਕਦਾ ਹੈਗਾ, ਆਈਸੋਲੇਸ਼ਨ ਵੱਲੋਂ ਨੂੰ ਲੀਡ ਕਰ ਸਕਦੀ ਹੈ। ਜਿਵੇਂ ਕਿ ਰਿਸ਼ਤੇ ਉਹਦੇ ਨਾਲ ਟੁੱਟ ਜਾਂਦੇ ਆ ਕੁਝ ਵੀ ਜਦੋਂ ਬੰਦਾ ਦੂਰ ਰਹਿਣ ਲੱਗ ਜਾਂਦਾ। ਆਪਾਂ ਜ਼ਿਆਦਾ ਐਗਜ਼ਾਮਪਲ ਫੋਰਨ ਕੰਟਰੀ ਦੀ ਵੀ ਲੈ ਸਕਦੇ ਹਾਂ ਕਿ ਜਦੋਂ ਬੰਦਾ ਫੋਰਨ ਕੰਟਰੀ ਰਹਿਣ ਲੱਗ ਜਾਂਦਾ ਤਾਂ ਉਹਦੇ ਇੱਥੋਂ ਦੇ ਰਿਸ਼ਤੇ ਕਮਜ਼ੋਰ ਪੈ ਜਾਂਦੇ ਆ। ਤਾਂ ਐਗਜ਼ਾਮਪਲ ਦਿੱਤੀ ਹੈ ਦੇਖੋ ਆਪਣੀ ਆਈਡੀਆ ਨੂੰ ਸਪੋਰਟ ਕਰਨ ਲਈ। Evidently had my cousin not shifted to Delhi for a new job opportunity, had my cousin not shifted to Delhi for a new appointment in a Bajaj company, he would not have been divorced by his wife. ਤਾਂ ਜੇ ਮੇਰਾ cousin ਦਿੱਲੀ ਨਾ ਜਾਂਦਾ ਆਪਣੀ ਨਵੀਂ ਜੌਬ ਦੇ ਲਈ ਜਾਂ ਨਵੀਂ ਅਪਾਇੰਟਮੈਂਟ ਦੇ ਲਈ, he would not have been divorced by his wife, ਤਾਂ ਉਸਦੀ ਵਾਈਫ ਨਾਲ ਡਿਵੋਰਸ ਨਾ ਹੁੰਦਾ। ਤਾਂ ਇਸ ਤਰੀਕੇ ਨਾਲ ਆਪਾਂ ਐਗਜ਼ਾਮਪਲ ਦੇ ਕੇ ਉਹਨੂੰ ਸਪੋਰਟ ਕਰ ਲਿਆ ਵੀ ਜੇ ਉਹ ਘਰ ਛੱਡ ਕੇ ਗਿਆ ਸੀਗਾ ਉਹਦਾ ਡਿਵੋਰਸ ਹੋ ਗਿਆ, ਮਤਲਬ ਕਿ ਜਿਹੜੇ ਰਿਸ਼ਤੇ ਆ ਕਮਜ਼ੋਰ ਪੈ ਗਏ। ਤਾਂ ਰਿਸ਼ਤੇ ਜਿਹੜੇ ਹਸਬੈਂਡ ਵਾਈਫ ਵਿੱਚ ਵੀ ਵੀਕ ਪੈ ਸਕਦੇ ਆ, ਤਾਂ ਦੂਸਰੇ ਫਰੈਂਡ ਸਰਕਲ ਦੇ ਵਿੱਚ ਵੀ ਆਪਣੇ ਰਿਸ਼ਤੇ ਵੀਕ ਪੈ ਸਕਦੇ ਆ। ਐਗਜ਼ਾਮਪਲ ਕੋਈ ਵੀ ਦੇ ਸਕਦੇ ਹੋ। ਤਾਂ ਜਿਹੜਾ ਇਸ ਤੋਂ ਅਗਲਾ ਪੈਰਾਗ੍ਰਾਫ ਹੈ ਉਹ ਹੈਗਾ ਐਡਵਾਂਟੇਜਸ, ਤੀਸਰਾ ਪੈਰਾਗ੍ਰਾਫ ਵੀ ਐਡਵਾਂਟੇਜਸ ਹੈ। ਹਾਂਜੀ, ਤਾਂ ਬੋਡੀ ਪੈਰਾਗ੍ਰਾਫ 2 ਦੇ ਵਿੱਚ ਆਪਾਂ ਐਡਵਾਂਟੇਜ ਪ੍ਰੈਜ਼ੈਂਟ ਕੀਤਾ। ਕੰਟਰੈਰੀਲੀ ਮੀਨਸ ਹੁਣ ਆਪਾਂ ਆਪੋਜ਼ਿਟ ਆ ਰਹੇ ਹਾਂ, ਤਾਂ ਇਸ ਲਾਈਨ ਨੂੰ ਆਪਾਂ ਸਪੋਰਟ ਕਰਦੇ ਪਏ ਹਾਂ ਜ਼ਿਆਦਾ। ਠੀਕ ਹੈ, this development offers increased concentration related to job, ਤਾਂ ਜਦੋਂ ਬੰਦਾ this development means ਡਿਵੈਲਪਮੈਂਟ ਕਹਿ ਲਓ ਜਾਂ ਇਹ ਟ੍ਰੈਂਡ ਕਹਿ ਲਓ। ਠੀਕ ਹੈ, ਵੀ ਇਹ ਕੰਸੈਂਟਰੇਸ਼ਨ ਵਧਾਉਂਦਾ ਆਪਣਾ, offers increased concentration, ਮਤਲਬ ਕਿ ਇਹਦੇ ਨਾਲ ਆਪਣਾ ਕੰਸੈਂਟਰੇਸ਼ਨ ਜ਼ਿਆਦਾ ਹੋ ਜਾਂਦਾ ਹੈ ਰਿਲੇਟਡ ਟੂ ਜੌਬ, ਵੀ ਕੰਮ ਨੂੰ ਲੈ ਕੇ ਬੰਦਾ ਸੀਰੀਅਸ ਹੋ ਜਾਂਦਾ ਜਾਂ ਕੁਝ ਮਰਜ਼ੀ ਕਹਿ ਲਓ। ਠੀਕ ਹੈ, this is because an individual who separates oneself from family, ਠੀਕ ਹੈ, ਕਹਿੰਦੇ ਇੱਕ ਬੰਦਾ ਇਸ ਕਰਕੇ ਹੁੰਦਾ ਹੈਗਾ ਕੰਸੈਂਟਰੇਸ਼ਨ ਕਿਉਂ ਵੱਧਦਾ ਹੈਗਾ ਕਿਉਂਕਿ ਜਦੋਂ ਇੱਕ ਬੰਦਾ ਆਪਦੇ ਆਪ ਨੂੰ ਫੈਮਿਲੀ ਤੋਂ ਅਲੱਗ ਕਰ ਲੈਂਦਾ ਹੈਗਾ, has ardent zeal and strong determination for the career, ਠੀਕ ਹੈ, ਤਾਂ ਉੱਥੇ ਆਪਾਂ ਵੇਖਦੇ ਹਾਂ ਕਿ ਇੱਕ ਬੰਦੇ ਦਾ ਜਿਹੜਾ ਜ਼ੀਲ ਹੈ ਮਤਲਬ ਕਿ ਪੈਸ਼ਨ ਹੈ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈਗਾ, ਐਂਡ ਸਟਰੋਂਗ ਡਿਟਰਮੀਨੇਸ਼ਨ ਪੱਕਾ ਇਰਾਦਾ ਹੋ ਜਾਂਦਾ ਹੈ ਫॉर द करियर। अगले फॉर द मीनिंग है क्योंकि कंजक्शन है, फॉर देयर इज नो वन टू मैडल और इंटरप्ट, क्योंकि ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਦਖਲਅੰਦਾਜ਼ੀ ਕਰਨ ਵੀ ਨਹੀਂ ਹੁੰਦਾ। फॉर देयर इज नो वन टू मैडल और ਮੰਨ ਲਓ ਕੋਈ ਬੰਦਾ ਘਰੇ ਬਹਿ ਕੇ ਕੰਮ ਕਰਦਾ ਤੇ ਦੋਸਤ ਆ ਜਾਂਦੇ ਆ, ਫੈਮਿਲੀ ਮੈਂਬਰ ਕੋਈ ਕੰਮ ਭੇਜ ਦਿੰਦੇ ਆ ਜਾਂ ਕੋਈ ਕੁਝ ਕਰਦਾ ਜਾਂ ਕੋਈ ਕੁਝ ਕਰਦਾ। ਠੀਕ ਹੈ, ਇਸ ਤਰੀਕੇ ਨਾਲ ਮਤਲਬ ਕਿ ਆਪਾਂ ਹੈਂਡਲ ਕਰ ਸਕਦੇ ਹਾਂ ਇਸ ਟੌਪਿਕ। ਠੀਕ ਹੈ, ਨੈਕਸਟ ਮੈਂ ਥੋੜਾ ਜਿਹਾ ਲੀਡ ਕਰਦਾ ਹੈਗਾ। while being accompanied by friends one becomes careless and unattended, ਤਾਂ ਮੈਂ ਅੱਗੇ ਲਾਈਨ ਨੂੰ ਕੰਪੈਰੀਜ਼ਨ ਕੀਤਾ ਹੈਗਾ ਕਿ ਜਦੋਂ ਬੰਦਾ ਦੋਸਤਾਂ ਵਿੱਚ ਹੁੰਦਾ ਹੈਗਾ while being accompanied by friends one becomes careless and unattended, ਠੀਕ ਹੈ, ਇੱਥੇ ਆਪਣਾ ਜਿਹੜਾ ਪੁਆਇੰਟ ਕੰਪੇਅਰ ਹੋ ਗਿਆ ਉਸ ਦੇ ਨਾਲ। ਤਾਂ ਹਾਂਜੀ, ਤਾਂ ਇਸ ਤੋਂ ਬਾਅਦ ਹੁਣ ਆਪਾਂ ਦੂਸਰੇ ਆਈਡੀਏ ਦਾ ਜਿਹੜਾ ਰਿਜ਼ਲਟ ਲਿਖਾਂਗੇ। ਜਿਵੇਂ ਕਿ ਪਹਿਲੇ ਵਿੱਚ ਤਾਂ ਆਪਾਂ ਰਿਜ਼ਲਟ ਹੋਰ ਦਿੱਤਾ ਸੀ, ਹੁਣ ਦੂਸਰਾ ਜਿਹੜਾ ਮਤਲਬ ਕਿ ਕੰਸੈਂਟਰੇਸ਼ਨ ਨਾਲ ਕੀ ਹੁੰਦਾ ਹੈਗਾ। hence such stability of mind
renders desired success in life। ਤਾਂ ਜਦੋਂ ਬੰਦੇ ਦੀ ਇਹੋ ਜਿਹੀ ਸਟੈਬਿਲਿਟੀ ਹੁੰਦੀ ਹੈ, ਉਹਦੇ ਮਾਈਂਡ ਕੰਸਨਟਰੇਟਡ ਹੁੰਦਾ, ਫੋਕਸਡ ਹੁੰਦਾ ਹੈਗਾ, ਠੀਕ ਹੈ, ਤਾਂ ਉਦੋਂ ਉਹਨੂੰ ਮਨ ਚਾਹੀ ਕਾਮਯਾਬੀ ਜ਼ਿੰਦਗੀ ਵਿੱਚ ਮਿਲਦੀ ਹੈ। ਤਾਂ ਇਹ ਇਹਦਾ ਫਾਇਦਾ ਲਿਖਿਆ ਹੈਗਾ ਆਪਾਂ। In an interview, a recently appointed IPS officer claimed that ਇੱਕ ਪਿੱਛੇ ਜਿਹੜਾ IPS officer ਹੈ ਜਿਹੜਾ ਅਪਾਇੰਟ ਹੋਇਆ ਸੀਗਾ, ਉਹਨੇ ਦਾਅਵਾ ਕੀਤਾ unless he had taken the decision of leaving his hometown, ਵੀ ਜਿੰਨੀ ਦੇਰ ਤੱਕ ਉਸਨੇ ਫੈਸਲਾ ਨਹੀਂ ਲਿਆ ਸੀਗਾ ਆਪਣਾ ਘਰ-ਬਾਰ ਛੱਡਣ ਦਾ ਜਾਂ ਆਪਣਾ ਮੈਂ ਕਹ ਲਓ ਵੀ ਫੈਮਿਲੀ ਔਰ ਫਰੈਂਡਸ ਨੂੰ ਲੀਵ ਕਰਨ ਦਾ, his mentality would not have been focused enough to clear the exam। ਤਾਂ ਉਸਦੀ ਮੈਂਟੈਲਿਟੀ ਐਗਜ਼ਾਮ ਕਲੀਅਰ ਕਰਨ ਦੇ ਲਈ ਫੋਕਸ ਨਾ ਹੁੰਦੀ, ਠੀਕ ਹੈ। ਇੱਥੋਂ ਮੀਨਸ ਆਪਾਂ ਐਗਜ਼ਾਮਪਲ ਦੇ ਥਰੂ ਫਿਰ ਉਹਨੂੰ ਸਪੋਰਟ ਕਰਤਾ ਕਿ ਘਰ-ਬਾਰ ਛੱਡਣ ਨਾਲ ਜੇਕਰ ਕੰਸੈਂਟਰੇਸ਼ਨ ਵੱਧਦਾ ਹੈਗਾ ਤਾਂ ਉਹਦੇ ਨਾਲ ਮਨਚਾਹੀ ਸਕਸੈਸ ਮਿਲਦੀ ਹੈ, ਤੇ ਥਰੂ ਐਗਜ਼ਾਮਪਲ ਆਪਾਂ ਨੂੰ ਕਲੈਰੀਫਾਈ ਕਰਤਾ ਹੈ, ਠੀਕ ਹੈ। ਦਿਸ ਵਾਸ ਦਾ ਐਡਵਾਂਟੇਜ। ਹਾਂਜੀ, ਤੀਸਰੇ ਪੈਰਾਗ੍ਰਾਫ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਐਡਵਾਂਟੇਜ ਦੀ। ਦੂਸਰਾ ਐਡਵਾਂਟੇਜ ਦਿੱਤਾ ਤੀਸਰੇ ਪੈਰਾਗ੍ਰਾਫ ਦੇ ਵਿੱਚ। ਪਹਿਲੇ ਚ ਆਪਾਂ ਡਿਸਐਡਵਾਂਟੇਜ ਦਿੱਤਾ ਹੈ, ਦੂਸਰੇ ਵਿੱਚ ਐਡਵਾਂਟੇਜ, ਤੀਸਰੇ ਵਿੱਚ ਫਿਰ ਐਡਵਾਂਟੇਜ, ਠੀਕ ਹੈ। ਤਾਂ ਆਪਾਂ ਇਹਨੂੰ ਕਿਵੇਂ ਐਕਸਪਲੇਨ ਕੀਤਾ? ਬਿਸਾਈਡਸ ਦਾ ਪ੍ਰੋਪਰ ਕੋਗਨੀਟਿਵ ਬੈਲੈਂਸ, ਪ੍ਰੋਪਰ ਕੋਗਨੀਟਿਵ ਬੈਲੈਂਸ ਤੋਂ ਇਲਾਵਾ, ਕੋਗਨੀਟਿਵ ਬੈਲੈਂਸ ਮੀਨਸ ਪਿਛਲੇ ਪੈਰੇ ਵਿੱਚ ਆਪਾਂ ਕੰਸੈਂਟਰੇਸ਼ਨ ਦੀ ਗੱਲ ਕੀਤੀ ਸੀ ਕਿ ਕਿਵੇਂ ਘਰ ਛੱਡਣ ਨਾਲ ਬੰਦਾ ਕੰਮ ਲਈ ਮੋਰ ਕੰਸੈਂਟਰੇਟਿਡ ਹੋ ਜਾਂਦਾ, ਮੋਰ ਫੋਕਸਡ ਹੋ ਜਾਂਦਾ ਹੈਗਾ। ਉਵੇਂ ਆਪਾਂ ਪਿਛਲੇ ਪੈਰੇ ਨੂੰ ਥੋੜਾ ਜਿਹਾ ਇਸ ਪੈਰੇ ਵਿੱਚ ਮੈਂਸ਼ਨ ਕੀਤਾ ਤਾਂ ਕਿ ਤੁਹਾਡਾ ਜਿਹੜਾ ਕੋਹੈਂਸ਼ਨ ਹੈ, ਕੋਹੈਰੈਂਸ ਆ ਬਣਿਆ ਰਹੇ। ਅੱਗੋਂ ਮੈਂ ਸਟਾਰਟ ਕੀਤਾ, ਸੈਲਫ ਰਿਲਾਇਬਿਲਿਟੀ ਅਮੰਗ ਦਾ EMPLOYEES ਕੈਨੋਟ ਬੀ ਇਗਨੋਰਡ। ਜਿਹੜੀ ਸੈਲਫ ਰਿਲਾਇਬਿਲਿਟੀ ਆਉਂਦੀ ਹੈ EMPLOYEES ਦੇ ਅਮੰਗ, ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਮਤਲਬ ਕਿ ਉਹ ਵੀ ਇੱਕ ਬੈਨੀਫਿਟ ਹੈ। ਕਿਵੇਂ? ਹੁਣ ਇਹਨੂੰ ਦੇਖੋ ਕਿਵੇਂ ਐਕਸਪਲੇਨ ਕੀਤਾ। ਬੀਇੰਗ ਵਿਦ ਫੈਮਿਲੀ ਦੇ ਰਿਲਾਈ ਔਨ ਅਦਰਸ ਫॉर ਵਰਕ। ਫੈਮਿਲੀ ਨਾਲ ਜਦੋਂ ਹੁੰਦੇ ਆ ਉਹ, ਤਾਂ ਉਹ ਆਪਣੇ ਕੰਮ ਲਈ ਦੂਸਰਿਆਂ ਤੇ ਰਿਲਾਈ ਕਰਦੇ ਆ। ਕਿਹੜੀਆਂ ਚੀਜ਼ਾਂ ਲਈ ਰਿਲਾਈ ਕਰਦੇ? ਦੁਬਾਰਾ ਦੇਖ ਲਓ। ਦੇ ਰਿਲਾਈ ਔਨ ਅਦਰਸ ਫॉर ਵਰਕ, ਪਰਸਨਲ ਕੇਅਰ ਐਂਡ ਈਵਨ ਫੂਡ। ਤਿੰਨ ਚੀਜ਼ਾਂ ਲਈ ਉਹ ਮਤਲਬ ਕਿ ਲਗਭਗ ਦੂਜਿਆਂ ਤੇ ਰਿਲਾਈ ਕਰਦੇ ਆ। Nevertheless, an independent being is well aware of the duties and liabilities which might result in facilitating access to more productive jobs। ਦੇਖੋ ਜੀ, ਇੱਥੇ ਕਲੀਅਰਲੀ ਕਿਹਾ ਗਿਆ ਕਿ ਜਿਹੜਾ ਇੱਕ ਇੰਡੀਪੈਂਡੈਂਟ ਬੀਇੰਗ ਹੈ ਉਹਨੂੰ ਆਪਣੀਆਂ ਡਿਊਟੀਜ਼ ਦੀ ਤੇ ਰਿਸਪੌਂਸਿਬਿਲਿਟੀ ਬਾਰੇ ਪੂਰੀ ਤਰ੍ਹਾਂ ਅਵੇਅਰਨੈਸ ਹੁੰਦੀ ਹੈ, ਤੇ ਇਹਦਾ ਰਿਜ਼ਲਟ ਕੀ ਆਉਂਦਾ ਹੈਗਾ ਕਿ ਉਹਨੂੰ ਫੈਸਿਲਿਟੇਟਿੰਗ ਐਕਸੈਸ ਮਿਲ ਜਾਂਦੀ ਹੈ ਮੋਰ ਪ੍ਰੋਡਕਟਿਵ ਜੌਬ ਲਈ। ਫੈਸਿਲਿਟੇਟਿੰਗ ਦਾ ਮਤਲਬ ਹੈ ਈਜ਼ੀ, ਠੀਕ ਹੈ। ਇੱਥੇ ਆਪਾਂ ਇਹਨੂੰ ਰਿਜ਼ਲਟ ਕਰਤਾ ਹੈਗਾ, ਤਾਂ ਮੈਂ ਲਾਈਨ ਇੱਥੇ ਬ੍ਰੇਕ ਨਹੀਂ ਕੀਤੀ ਗੀ। ਬੀਇੰਗ ਵਿਦ ਫੈਮਿਲੀ ਦੇ ਰਿਲਾਈ ਔਨ ਅਦਰਸ ਫॉर ਵਰਕ, personal care and even food. Nevertheless, an independent being is well aware of the duties and liabilities which might result in facilitating access to more productive jobs। ਹਾਂਜੀ, ਤਾਂ ਇੱਥੇ ਆਪਣਾ ਜਿਹੜਾ ਪੈਰਾਗ੍ਰਾਫ 3 ਤੀਜਾ ਜਿਹੜਾ ਉਹ ਖਤਮ ਹੁੰਦਾ ਹੈਗਾ। ਤਾਂ ਆਪਾਂ ਆਪਣੇ ਬੋਡੀ ਪੈਰਾਗ੍ਰਾਫ 3 ਹੈ ਇਸ ਵੇ ਨਾਲ ਅਟੈਂਪਟ ਕੀਤੇ ਕਿ ਪਹਿਲੇ ਵਿੱਚ ਡਿਸਐਡਵਾਂਟੇਜ, ਦੂਸਰੇ ਵਿੱਚ ਐਡਵਾਂਟੇਜ, ਤੀਸਰੇ ਵਿੱਚ ਫਿਰ ਐਡਵਾਂਟੇਜ। ਤਾਂ ਹੁਣ ਆਪਣੀ ਵਾਰੀ ਆਉਂਦੀ ਹੈ ਕਨਕਲੂਜਨ ਦੀ। ਹਾਂਜੀ, ਕਨਕਲੂਜਨ ਹੈ ਜਿਹੜਾ, ਦੇਖੋ ਕਨਕਲੂਜਨ ਕਿਸ ਤਰੀਕੇ ਨਾਲ ਕੀਤਾ। ਟੂ ਰੀਕੈਪਚੂਲੇਟ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਇਨ ਟੂ ਕਨਕਲੂਡ ਕਹਿ ਲਓ ਜਾਂ ਟੂ ਰੀਕੈਪਚੂਲੇਟ ਕਹਿ ਲਓ, ਮਤਲਬ ਕਿ ਆਪਾਂ ਸਾਰੀ ਚੀਜ਼ ਨੂੰ ਰੀਕੈਪ ਕਰ ਰਹੇ ਹਾਂ ਜੋ ਆਪਾਂ ਪਹਿਲਾਂ ਕਰਕੇ ਆਏ। Undoubtedly, the prevailing concept possesses the gap among relations। ਜਿਹੜਾ prevailing concept ਹੈ ਵੀ ਘਰ ਛੱਡ ਕੇ ਜਾਣਾ ਨਾ, ਆਪਾਂ ਉਹਦੀ ਗੱਲ ਕੀਤੀ ਹੈ। possesses the gap among relations, ਇਹਦੇ ਨਾਲ ਕੀ ਹੁੰਦਾ ਹੈ ਕਿ ਰਿਲੇਸ਼ਨਸ ਦੇ ਵਿੱਚ ਗੈਪ ਆਉਂਦਾ ਹੈ। ਤਾਂ ਆਪਾਂ ਇਹਨੂੰ undoubtedly ਕਹਿ ਰਹੇ ਵੀ ਆਉਂਦਾ ਹੈ। Its repercussion is surpassed by the advantage, ਪਰ ਫਿਰ ਵੀ ਇਹਦਾ ਜਿਹੜਾ repercussion ਹੈ ਮਤਲਬ ਕਿ ਜਿਹੜਾ ਇਹਦਾ disadvantage ਹੈ ਉਹ ਸਰਪਾਸ ਕੀਤਾ ਗਿਆ ਐਡਵਾਂਟੇਜਸ ਦੁਆਰਾ, which are not only attentiveness ਮਤਲਬ ਕਿ ਫੋਕਸ ਕਹਿ ਲਓ ਜਾਂ ਕੰਸੈਂਟਰੇਸ਼ਨ ਕਹਿ ਲਓ, but also being answerable to oneself। ਤਾਂ ਆਪਾਂ ਇੱਕ ਭਰਾ ਦੇ ਪ੍ਰਤੀ ਜਵਾਬਦੇਹ ਹੁੰਦੇ ਆ, ਡਿਪੈਂਡੇਬਲ ਹੁੰਦੇ ਆ, ਉਹਦੇ ਨਾਲ ਆਪਾਂ ਜਿਹੜਾ ਆਨਸਰ ਆਪਣਾ ਕਲੀਅਰ ਕੀਤਾ ਗਿਆ। being answerable to oneself, answerable ਹੁੰਦਾ ਰਿਸਪੌਂਸਿਬਲ, ਜਾਂ ਕਹਿ ਲਓ ਵੀ ਡਿਪੈਂਡੈਂਟ, ਆਪਣੇ ਆਪ ਤੇ ਡਿਪੈਂਡ ਕਰਨਾ, ਇੱਕੋ ਹੀ ਗੱਲ ਹੈਗੀ being answerable to oneself। ਤਾਂ ਇਸ ਤਰੀਕੇ ਨਾਲ ਆਪਾਂ ਜਿਹੜਾ ਐਸੇ ਆ ਪੂਰਾ ਕੰਪਲੀਟ ਕੀਤਾ।
टोटल वर्ड है ਜਿਹੜੇ ਇਹਦੇ बनते हैं 290 ਦੇ ਕਰੀਬ बनते हैं। ਤਾਂ ਇਸ ਤਰੀਕੇ ਨਾਲ ਹੋਰ ਤੁਸੀਂ ਹੁਣ 19 ਜੂਨ ਦਾ ਜਿਹੜਾ ਐਸੇ ਹੈਗਾ ਉਹਨੂੰ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਅਪਲੋਡ ਕਰਾਂਗੇ, ਉਹਨੂੰ ਵੀ ਸੋਲਵ ਕਿਵੇਂ ਕੀਤਾ ਤੁਸੀਂ ਦੇਖ ਸਕਦੇ ਹੋ। ਤਾਂ ਪ੍ਰੈਕਟਿਸ ਕਰਦੇ ਰਹੋ, ਨਾਲ ਦੇ ਨਾਲ ਆਪਣੇ ਆਈਲੈਟਸ ਦੀ ਰਾਈਟਿੰਗ ਐਸੇ ਕਰਦੇ ਰਹੋ, ਨਾਲ ਨਾਲ ਸੈਂਟੈਂਸ ਸਟਰਕਚਰ ਦੀ ਪ੍ਰੈਕਟਿਸ ਕਰਦੇ ਰਹੋ। ਡੇ ਬਾਏ ਡੇ ਤੁਸੀਂ ਬਹੁਤ ਜ਼ਿਆਦਾ ਇੰਪਰੂਵ ਕਰ ਲਓਗੇ। ਇੱਕੋ ਦਮ ਕੁਝ ਨਹੀਂ ਹੋਗਾ, ਤੁਸੀਂ ਕਹੋਗੇ ਵੀ ਆਹ ਇਸ ਦੇਖ ਕੇ ਵੀ ਬਹੁਤ ਡਿਫਿਕਲਟ ਹੈ ਜਿਵੇਂ ਵੀ ਲਿਖਿਆ ਹੈਗਾ, ਬਟ ਇਹ ਬਾਈ ਤੁਹਾਨੂੰ ਆਊਗਾ, ਇੱਕੋ ਦਿਨ ਵਿੱਚ ਆਊਗਾ। ਆਈ ਹੋਪ ਐਸੇ ਬੰਦਾ ਆਇਆ ਹੋਊਗਾ। ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੈਵਨ ਐਨੀਮੇਸ਼ਨ, ਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਉਹਨਾਂ ਲਈ ਜਿਨ੍ਹਾਂ ਦਾ ਐਗਜ਼ਾਮ ਨੇੜੇ ਹੈ, ਤੇ ਇਸ ਤਰ੍ਹਾਂ ਦਾ ਐਸੇ ਉਹਨਾਂ ਲਈ ਬੜਾ ਬੈਨੀਫੀਸ਼ੀਅਲ ਹੋਊਗਾ। ਥੈਂਕ ਯੂ ਵੈਰੀ ਮਚ।